अस्सलाम वालेकुम जी, कैसे हैं आप सब? मैं ठीक, शुक्र अल्हम्दुलिल्लाह। दुआ करती हूँ आप भी माशाल्लाह ठीक-ठाक रहें, खुश रहें। चलें जी, आज का टॉपिक बड़ा ज़रूरी है। जिन्ने मैनू इहदे बारे सवाल आंदे ना ते मैं कहा जिन्ना क मैनू समझ ना मैं तुहाडे नाल शेयर कर देनी आ। ਅਸੀਂ ਜਾ ਰਹੇ ਅੱਜ ਤੁਸੀਂ ਮੇਰੀ ਸਾਰੀ ਵੀਡੀਓ ਨਾ ਸੈਰ ਸਪਾਟੇ ਦੀ ਵੇਖੋਗੇ। ਮੈਂ ਘਰ ਦੀ ਵੀਡੀਓ ਪਾਣੀ ਨਹੀਂ ਕਿਉਂਕਿ ਫਿਰ ਮੈਂ ਨਾ ਉਹਦੇ ਵਿੱਚ ਚਲੇ ਜਾਂਦੀ ਹਾਂ, ਟੌਪਿਕ ਤੋਂ ਹਿੱਲ ਹੁੱਲ ਜਾਂਦੀ ਹਾਂ। ਅਤੇ ਅੱਜ ਮੈਂ ਰਵਾਂਗੀ ਬਾਹਰ ਅਤੇ ਤੁਹਾਨੂੰ ਵੀ ਸੈਰ ਸਪਾਟੇ करावांगी ਨਾਲ टॉपिक ਜਿਹੜਾ ना ਉਹਦੇ ਉੱਤੇ ਗੱਲਬਾत कर लेने। अच्छा जी, मुझे ये सवाल आता है कि अगर एक फैमिली जर्मनी में रह रही है तो अगर उसको हेल्प मिल जाती है, मतलब गवर्नमेंट हेल्प जो सोशल कहते हैं, जिसे जॉब सेंटर कहते हैं, सोशल जहाँ से आपको हेल्प मिलती है ना, अगर वो मिलती है तो अच्छा गुजारा हो जाता है। कंज किन्ने को पैसे दे छाड़ते हैं। अच्छा मैं आपको बताऊँ, मैं ना आज से 10-12 साल पहले हम हेल्प लेते थे, अब नहीं लेते। दो किस्म के लोग होते, एक होते हैं कि जो अपना काम करते हैं और एक होता है जो थोड़ा काम करते हैं और हेल्प लेते हैं। हम लोग ना जो अपना काम करते हैं, हम उनमें से हैं कि हम सारा कुछ खुद करते हैं। इस टॉपिक पे बाद में बात करूँगी। पहले वो जो थोड़ा काम करते हैं और उनको हेल्प लेनी पड़ती है, ज़रूरत है यहाँ की ना। अच्छा जी, अगर आप हेल्प लिए जाके उनको कहते हैं ना कि मुझे चाहिए हेल्प, तो वो क्या करते हैं, वो पहले देखते हैं अपने आप के जो घर का किराया उसका पेपर लेते हैं, आपकी जो क्या कहते हैं बिजली का बिल है उसका वो पूरी स्लिप लेते हैं बिल की, जो भी होते हैं कि ਤੁਹਾਡਾ ਬਿੱਲ ਕਿੰਨਾ, ਤੁਹਾਡੇ ਘਰ ਦਾ ਕਿਰਾਇਆ ਕਿੰਨਾ, ਪ੍ਰੂਫ ਦੇਣਾ ਪੈਂਦਾ ਵੇ। ਸੈਕਿੰਡ, ਜਿੰਨੀ ਦੇਰ ਤੁਸੀਂ ਕੰਮ ਨਹੀਂ ਕਰਦੇ ਹੋ ਪੂਰੀ ਤੁਹਾਨੂੰ ਹੈਲਪ ਕਰ, ਤੁਹਾਨੂੰ ਖਾਣ ਦਾ, ਤੁਹਾਨੂੰ ਪੀਣ ਦਾ, ਤੁਹਾਨੂੰ ਘਰ ਦੇ ਕਿਰਾਏ ਦਾ, ਤੁਹਾਨੂੰ ਹੱਤਾ ਕਿ ਅਗਰ ਤੁਸੀਂ ਬੱਚੇ ਐਜੂਕੇਸ਼ਨ ਦੇ ਤਾਂ ਤੁਸੀਂ ਜਾਓ ਹੀ ਨਾ, ਉਹ ਤਾਂ ਵੈਸੇ ਫ੍ਰੀ ਹੈ। ਹਾਂ, ਲੇਕਿਨ ਅਗਰ ਨਵੇਂ ਬੱਚੇ ਸਕੂਲ 'ਚ ਜਾਣਦੇ ਨੇ ਤਾਂ ਕਿਤਾਬਾਂ ਵੀ ਤੁਹਾਨੂੰ ਫ੍ਰੀ ਮਿਲਦੇ ਨੇ, ਲੇਕਿਨ ਇਹ ਵੇ ਕਿ ਜਿਹੜੇ ਤੁਸੀਂ ਕਾਪੀ ਪੈਨਸਲਾਂ ਲੈਂਦੇ ਨੇ ਉਹ ਵੀ ਇੱਕ ਬੱਚੇ ਦੇ ਤਕਰੀਬਨ 60-70 ਯੂਰੋ ਤੁਹਾਨੂੰ ਦੇ ਛੱਡਦੇ ਨੇ, ਕਿਉਂਕਿ ਇੰਨੀ ਕੁ ਦੀਆਂ ਹੀ ਚੀਜ਼ਾਂ ਆਉਂਦੀਆਂ ਨੇ। ठीक हो गया। अगर आप जो है ना अच्छे भले हैं, काम नहीं कर रहे हो, पूरी टोटल आप हेल्प ले रहे हैं, तो फिर वो क्या करते हैं, वो कहते हैं कि हुण तुसी ना थोड़ा थोड़ा काम करो। वो तो आपको प्रेशर देना शुरू कर देते हैं। अगर आपके बच्चे बड़े हैं और आपकी बीवी को भी देते हैं और आपको भी कहते हैं कि काम करो ना। हाँ, अगर तुसी काम शुरू कर लिया होवे ना तो तुसी काम दे दौरान ਜਿਹੜਾ ਤੁਸੀਂ ਜਿੰਨਾ ਮਹੀਨੇ ਦਾ ਕਮਾਉਂਦੇ ਹੋ, ਅਗਰ ਤੁਸੀਂ ਮਿਸਾਲ ਦੇ ਤੌਰ ਤੇ 1000 ਕਮਾਉਂਦੇ ਹੋ ਨਾ, ਫਿਰ ਤੁਸੀਂ ਉਹਨਾਂ ਨੂੰ ਦੱਸਣਾ ਪੈਂਦਾ ਵੇ ਉਹ ਪੂਰੇ ਮਹੀਨੇ, ਹਰ ਮਹੀਨੇ ਤੁਹਾਡੇ ਕੋਲ ਜਾਂ 3 ਮਹੀਨੇ ਕੇ ਬਾਅਦ ਤੁਹਾਡੇ ਜਾਂ ਮਹੀਨੇ ਬਾਅਦ ਸ਼ਾਇਦ ਉਹ ਤੁਹਾਡੇ ਕੋਲ ਪੇਪਰ ਲੈਂਦੇ ਨੇ ਕਿ ਤੁਸੀਂ ਕਿੰਨਾ ਕੰਮ ਕੀਤਾ ਵਾ। ਅਗਰ ਤੁਸੀਂ 1000 ਰੁਪਇਆ ਕਮਾਇਆ ਵੇ, ਤੁਹਾਨੂੰ ਮਿਸਾਲ ਦੇ ਤੌਰ ਤੇ ਤੁਹਾਨੂੰ 2500 ਅਗਰ ਮਹੀਨੇ ਦਾ ਪਹਿਲੇ ਦਿੰਦੇ ਸਨ, ਫਿਰ ਤੁਹਾਡਾ 1000 ਵੇਖਣਗੇ ਕਿ ਤੁਸੀਂ ਆਪ ਕਮਾਉਂਦੇ, ਫਿਰ ਤੁਹਾਨੂੰ ਉਹ 1500 ਦੇਣ ਕਰਨਗੇ। ਠੀਕ ਹੋ ਗਿਆ। ਅਗਰ ਤੁਹਾਨੂੰ ਇਹ ਪੂਰੀ ਹੈਲਪ ਦੇ ਦਿੰਦੇ ਨੇ, ਕਿਉਂਕਿ ਪੂਰਾ ਹਿਸਾਬ ਲਾਉਂਦੇ ਨੇ ਕਿ ਤੁਹਾਡੇ ਘਰ ਦਾ ਕਿਰਾਇਆ ਇੰਨਾ ਵੇ, ਤੁਹਾਡੇ ਬਿਜਲੀ ਦਾ ਬਿੱਲ ਇੰਨਾ ਵੇ, ਜਾਂ ਮਤਲਬ ਤੁਹਾਡੇ ਜੋ ਵੀ ਬਿੱਲ, ਕੂੜੇ ਦਾ ਬਿੱਲ ਇੰਨਾ ਵੇ, ਸਾਰਾ ਤੁਹਾਡਾ ਵੇਖਦੇ ਨੇ। ਫਿਰ ਉਸ ਹਿਸਾਬ ਨਾਲ ਤੁਹਾਨੂੰ ਖਾਣ ਪੀਣ ਪਲੱਸ ਦਿੰਦੇ ਨੇ ਕਿ ਹਾਂ ਤੁਹਾਡਾ ਮਹੀਨੇ ਦਾ ਤਕਰੀਬਨ 3 ਬੱਚੇ ਨੇ, ਤੁਹਾਡਾ ਇੰਨਾ ਜਿਹੜਾ ਨਾ ਖਾਣ ਪੀਣ ਉਹਦੇ ਨਾਲ ਤੁਹਾਡਾ ਨਿਕਲ ਜਾਂਦਾ ਵੇ। ਸੈਕਿੰਡ, ਜਿਹੜੇ ਬੱਚਿਆਂ ਨੂੰ ਪੈਸੇ ਮਿਲਦੇ ਨਾ ਉਹਨੂੰ ਕਹਿੰਦੇ ਨੇ ਕਿੰਡਰ ਕਹਿੰਦੇ ਨੇ ਬੱਚਿਆਂ ਨੂੰ। ਤੁਹਾਨੂੰ ਪਤਾ ਹੀ ਹੈ ਗੈਲਟ ਮਤਲਬ ਕਿ ਪੈਸੇ। ਜਿਹੜੇ ਬੱਚਿਆਂ ਦੇ ਪੈਸੇ ਮਿਲਦੇ ਨੇ ਉਹ 18 ਸਾਲ ਤੱਕ ਤੁਹਾਨੂੰ ਮਿਲਣੇ ਹੀ ਮਿਲਣੇ ਨੇ। ਉਹਦੇ ਵਿੱਚ ਤੁਹਾਡਾ ਕੋਈ ਹੈਲਪ ਗੌਰਮੈਂਟ ਨਹੀਂ ਕਟਿਆ ਕਰ ਸਕਦੀ। ਉਹ ਬੱਚੇ 18 ਸਾਲ ਤੋਂ ਪਲੱਸ ਮਿਲਣੇ ਨੇ। ਹਾਂ, 18 ਸਾਲ ਤੋਂ ਬਾਅਦ ਅਗਰ ਬੱਚੇ ਤੁਹਾਡੇ ਸਕੂਲ ਜਾਂਦੇ ਨੇ, ਯੂਨੀਵਰਸਿਟੀ ਜਾਂਦੇ ਨੇ, ਫਿਰ ਤੁਹਾਨੂੰ 25 ਸਾਲ ਤੱਕ ਮਿਲਣੇ ਨੇ। ਅਗਰ ਬੱਚਾ ਤੁਹਾਡਾ 18 ਸਾਲ ਤੋਂ ਬਾਅਦ ਨਹੀਂ ਪੜ੍ਹਨ ਦਿਆ ਅਤੇ ਛੱਡ ਦਿੱਤਾ ਸਕੂਲ, ਫਿਰ ਉਹਨਾਂ ਨੇ ਤੁਹਾਡੇ ਕਿੰਡਰਗਾਰਟਨ ਮਤਲਬ ਬੱਚਿਆਂ ਦੇ ਪੈਸੇ ਜਿਹੜੇ ਨੇ ਉਹ ਬੰਦ ਕਰ ਦਿੰਦੇ ਨੇ, ਕਿਉਂਕਿ ਉਹ ਬੜੇ ਚਲਾਕ ਨੇ। ਉਹਨਾਂ ਨੂੰ ਪਤਾ ਹੁੰਦਾ ਕਿ ਬੱਚਾ ਅਗਰ ਘਰ ਵਿਹਲਾ बैठा तो उसने क्यों ਉਹਦੀ हेल्प करिए। ठीक है। तो क्योंकि लुकमान जब यूनिवर्सिटी स्कूल उसका ख़त्म हुआ था ना, उसको भी खाता आ गया था कि 2-3 महीने उसको यूनिवर्सिटी में दाखिले के लिए मिले, और वो जब यूनिवर्सिटी शुरू होनी थी वे थोड़ा टाइम तो लगता है ना, ਉਹਦੇ ਦੌਰਾਨ ਹੀ ਉਹਨਾਂ ਨੂੰ ਸਾਨੂੰ ਖਾਤਾ ਆ ਗਿਆ ਸੀ ਕਿ ਲੁਕਮਾਨ ਸਕੂਲ ख़त्म हो गया ਵੇ, ਇਸ ਲਈ ਸਿੱਧੇ ਪੈਸੇ ਨਹੀਂ ਭੇਜਣੇ। ਫਿਰ ਲੁਕਮਾਨ ਨੇ ਕੀ ਕੀਤਾ ਸੀ ਕਿ ਆਪਣੀ ਯੂਨੀਵਰਸਿਟੀ ਦੀ ਜਿਹੜੀ ਮੈਲਟਿੰਗ ਜਿੱਥੇ ਕਰਵਾਈ ਸੀ ਨਾ, ਉਹ ਪੇਪਰ ਜਿਹੜਾ ਅਸੀਂ ਉਹਨਾਂ ਨੂੰ ਭੇਜਿਆ ਸੀ ਕਿ ਅਸੀਂ ਦਾਖਲਾ ਲਿਆ ਵੇ, ਸਾਡੀ ਫਲਾਣੇ ਡੇਟ ਨੂੰ ਯੂਨੀਵਰਸਿਟੀ ਸ਼ੁਰੂ ਹੋ ਜਾਣੀ ਹੈ। ਫਿਰ ਉਹਨਾਂ ਨੇ ਕੀ ਕੀਤਾ ਸੀ ਕਿ ਜਿਹੜੇ ਮਹੀਨੇ ਦੇ ਤੋਂ ਲੱਗ ਕੇ ਉਹਨਾਂ ਦੇ ਪੈਸੇ ਨਹੀਂ ਸੀ ਨਾ ਲੁਕਮਾਨ ਨੂੰ ਭੇਜੇ, ਫਿਰ ਸਾਰੇ ਉਹਨਾਂ ਨੇ ਭੇਜੇ ਸੀ। ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਬੱਚਾ ਜਿਹੜਾ ਵੇ ਨਾ ਉਹਨੇ ਦੁਬਾਰਾ ਪੜ੍ਹਾਈ ਸ਼ੁਰੂ ਕਰਨੀ ਹੈ, ਉਹਦਾ ਇਸ ਤਰੀਕ ਨੂੰ ਜਾਂ ਇਸ ਮਹੀਨੇ ਉਹਦਾ ਸਕੂਲ ਖੁੱਲ੍ਹਣਾ ਵੇ। ਤਾਂ ਉਹਨਾਂ ਨੇ ਫਿਰ ਸਾਰੇ ਪੈਸੇ ਭੇਜ ਛੱਡੇ ਸਨ। ਬੱਚਿਆਂ ਦੇ ਪੈਸੇ ਰੋਕ ਹੀ ਨਹੀਂ ਸਕਦੇ ਕਿਸੇ ਸੂਰਤ ਹਾਲ ਵਿੱਚ। ਇੱਕ ਹੀ ਸੂਰਤ ਹਾਲ ਹੈ ਕਿ ਬੱਚਾ ਅਗਰ ਤੁਹਾਡਾ ਸਕੂਲ ਨਹੀਂ ਜਾਂਦਾ, ਫਿਰ ਪੈਸੇ ਤੁਹਾਡੇ ਰੋਕ ਛੱਡ ਦੇਣ। ਹਾਂ, ਜੋ ਬੜਾ ਜ਼ਰੂਰੀ ਸਵਾਲ ਆਉਂਦਾ ਵੇ, ਮੈਨੂੰ ਪੁੱਛਿਆ ਜਾਂਦਾ ਵੇ ਕਿ ਤੁਸੀਂ ਗਰੋਸਰੀ ਜਿਹੜੀ ਕਰਦੇ ਹੋ, ਤੁਸੀਂ ਹਫ਼ਤੇ ਬਾਅਦ ਕਰਦੇ ਹੋ, ਵੀਕਲੀ ਗਰੋਸਰੀ ਤੁਹਾਡੀ ਕਿੰਨੇ ਦੀ ਹੀ ਆਉਂਦੀ ਹੈ। ਮੈਂ ਤੁਹਾਨੂੰ ਸਹੀ ਦੱਸਾਂ, ਜਦੋਂ ਦਾ ਕੋਵਿਡ ਆਇਆ ਹੋਵੇ ਨਾ, ਕੋਵਿਡ ਤੋਂ ਬਾਅਦ ਸ਼ੂ ਕਰਕੇ ਜਿਹੜੀ ਮਹਿੰਗਾਈ ਉੱਥੇ ਗਈ ਹੈ ਨਾ, ਉਹ ਤਾਂ ਇੰਤਹਾ ਦੀ ਗਈ, ਉਹਦੇ ਤੁਸੀਂ ਕੁਛ ਪੁੱਛੋ ਹੀ ਨਾ, ਪਰ ਲੱਗ गए ना हर चीज़ ਨੂੰ। ठीक है। और मैं आपको बताऊँ ना, मेरे माशाल्लाह 4 बच्चे, हर फैमिली का अपना हिसाब किताब होता है। मेरे माशाल्लाह 4 बच्चे। अगर मैं सिर्फ सादी लिडल या आल्डी जो होती है ना, नॉर्मल ग्रोसरी, पाकिस्तानी ग्रोसरी निकाल के,
तो मेरी पहले 2020 से पहले आती थी 110 यूरो की, 120 यूरो की, पानी शानी डाल के सारा कुछ डाल के वीकली ग्रोसरी मेरी भी अच्छी खुली डुली आ जाती थी। लेकिन अब क्या होता है, ਹੁਣ ਤੁਸੀਂ ਉਹਨੂੰ ਕਰ ਲਓ ਡਬਲ ਪ੍ਰਾਈਸ। ਹੁਣ ਮੈਂ ਅਗਰ ਜਾਂਦੀ ਹਾਂ ਨਾ, ਮੇਰੀ 200 ਦੇ ਏੜ ਗੇੜ ਤੇ ਆਂਦੀ ਹੀ ਆਂਦੀ ਹੈ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਚੀਜ਼ਾਂ ਤੇ ਉਹੀ ਨੇ ਨਾ, ਖਾਣ ਪੀਣ ਵੀ ਤੇ ਉਹੀ ਰਹਿਣਾ ਵੇ ਨਾ, ਬੱਚੇ ਵੱਲਾ ਜ਼ਿੰਦਗੀ ਦੇ ਉਹੀ ਨੇ, ਲੇਕਿਨ ਇਹ ਕਿ ਉਹਨੂੰ ਪਲੱਸ ਪਲੱਸ ਕਰਕੇ ਡਬਲ ਪ੍ਰਾਈਸ ਹੋ ਗਈ ਹੈ। ਤੁਸੀਂ ਕੁਛ ਕਰ ਹੀ ਨਹੀਂ ਸਕਦੇ, ਕਿਉਂਕਿ ਤੁਸੀਂ ਜ਼ਰੂਰਤ ਹੈ, ਤੁਹਾਡੀ ਖਾਣ ਪੀਣ 'ਤੇ ਜ਼ਰੂਰਤ ਹੈ, ਅਤੇ ਦੂਸਰੀ ਅਗਰ ਤੁਹਾਨੂੰ ਹੈਲਪ ਕੋਈ ਦਿੰਦਾ ਹੋਵੇ ਨਾ, ਤਾਂ ਉਹਦਾ ਮਤਲਬ ਇਹੀ ਹੁੰਦਾ ਕਿ ਉਹਨਾਂ ਨੂੰ ਪਤਾ ਹੁੰਦਾ ਵੇ ਕਿ ਹੁਣ ਮਹਿੰਗਾਈ ਹੋ ਗਈ, ਅਤੇ ਉਹ ਵੀ ਫਿਰ ਮਹਿੰਗਾਈ ਦੇ ਹਿਸਾਬ ਨਾਲ ਤੁਹਾਡੇ ਥੋੜ੍ਹੇ ਪ੍ਰਾਈਸ ਜਿਹੜੇ ਨਾ, ਤੁਹਾਡੇ ਖਰਚਾ ਅਖਰਾਜਾਤ ਵਧਾ ਛੱਡਦੇ ਨੇ। ਜਾਂ ਅੱਜ ਕੱਲ੍ਹ ਇਸ ਮਹੀਨੇ ਅਗਲੇ ਸਾਲ ਤੋਂ ਸ਼ਾਇਦ ਮਤਲਬ ਜੋਬ ਸੈਂਟਰ ਜਿਹੜੇ ਨਾ, ਜੇ ਮੈਨੂੰ ਬੇਸ਼ੱਕ ਮੈਂ ਹੈਲਪ ਨਹੀਂ ਲੈਂਦੀ, ਲੇਕਿਨ ਥੋੜ੍ਹਾ ਬੰਦਾ ਹਿਸਾਬ ਕਿਤਾਬ ਸੁਣਦਾ ਰਹਿੰਦਾ ਵੇ, ਥੋੜ੍ਹੀ ਜਿਹੀ ਹੈਲਪ ਜਿਹੜੀ ਨਾ, ਥੋੜ੍ਹੀ ਜਿਹੀ ਉਹਨਾਂ ਨੇ ਜ਼ਿਆਦਾ ਕਰ ਛੜੀ। ਅੱਛਾ, ਜੋ ਕਿੰਡਰਗਾਰਟਨ ਹੈ ਨਾ, ਉਹ ਜਿਹੜੇ ਨਾ, ਉਹ ਤਕਰੀਬਨ ਹੁਣ ਉਹਨਾਂ ਨੇ 3-4 ਮਹੀਨਿਆਂ ਤੋਂ ਕਰਤਾ, ਹਰ ਬੱਚੇ ਦੇ 250 ਯੂਰੋ ਹੀ ਆਉਂਦਾ ਵੇ। ਅੱਗੇ ਆਉਂਦਾ ਸੀ ਇੱਕ ਬੱਚੇ ਦੇ ਅਗਰ 180 ਮਿਲਣ ਦੇਣ, ਸੈਕਿੰਡ ਬੱਚੇ ਦੇ 105 ਵਧਾ ਛੱਡਣਗੇ, ਤੀਸਰੇ ਬੱਚੇ ਦੇ ਹੋਰ 10 ਵਧਾ ਛੱਡਣਗੇ, ਇੰਝ ਮਿਲਦੇ ਨੇ ਤੁਹਾਨੂੰ ਬੱਚਿਆਂ ਦੇ ਪੈਸੇ ਨਾ। ਅਤੇ ਬੱਚਿਆਂ ਦੇ ਪੈਸੇ ਮਿਲ ਕੇ ਨਾ ਕਾਫੀ ਜ਼ਰਾ ਜ਼ਿਆਦਾ ਹੈਲਪ। ਅਸੀਂ ਜਿਹੜੇ ਦੇਸੀ ਲੋਕ ਨਾ, ਸਾਡਾ ਪਤਾ ਕੀ ਕੰਮ ਹੈ, ਅਸੀਂ ਬੱਚਿਆਂ ਦੇ ਜਿਹੜੇ ਪੈਸੇ ਆਉਂਦੇ ਨਾ, ਕਿਉਂਕਿ ਗੋਰਿਆਂ ਨੂੰ ਪਤਾ ਹੁੰਦਾ ਬੱਚਿਆਂ ਦੇ ਪੈਸੇ, ਗੋਰਿਆਂ ਦੇ ਬੱਚੇ ਬੜੇ ਆਪਣੇ ਆਪ ਨੂੰ ਸਮਝਦੇ ਕਿ ਸਾਡੇ ਪੈਸੇ ਨੇ ਅਸੀਂ ਹੀ ਯੂਜ਼ ਕਰਨੇ। ਸਾਡੇ ਦੇ ਬੱਚੇ ਬੜੇ ਮਾਸੂਮ ਵਿਚਾਰੇ, ਉਹਨਾਂ ਨੂੰ ਤਾਂ ਪਤਾ ਨਾ ਪੈਸੇ ਆਉਂਦੇ ਨੇ, ਮਾਂ ਪਿਓ ਨੂੰ ਪਤਾ। ਅਤੇ ਮਾਂ ਪਿਓ ਕੀ ਕਰਦੇ ਨੇ, ਜਾਂ ਤਾਂ ਕਮੇਟੀਆਂ ਪਾ ਛੱਡਦੇ ਨੇ, ਜਿਹੜੇ ਤਾਂ ਪਾਕਿਸਤਾਨੋਂ ਆਏ ਹੁੰਦੇ ਨੇ ਕਰਜ਼ਾ ਕੁਰਜ਼ਾ ਚੁੱਕ ਕੇ, ਸਾਡੇ ਵਰਗੇ ਉਹ ਫਿਰ ਪਹਿਲੇ ਕਮੇਟੀਆਂ ਪਾ ਕੇ ਕਰਜ਼ਾ ਲਾਉਂਦੇ ਨੇ, ਇਹਦਾ ਵੀ ਲਾ ਦੇ, ਉਹਦਾ ਵੀ ਲਾ ਦੇ। ਉਹ ਬੱਚਿਆਂ ਦੇ ਪੈਸੇ ਅਸੀਂ ਇੰਝ ਯੂਜ਼ ਕਰ ਲੈਂਦੇ ਨੇ, ਕਿਉਂਕਿ ਹੋਰ ਫਿਰ ਕੀ ਕਰੀਏ। ਅਤੇ ਜਿਹੜੇ ਮਤਲਬ ਬੱਚਿਆਂ ਦੇ ਪੈਸੇ ਕੁਛ ਐਸੇ ਸਿਆਣੇ ਬਿਆਣੇ ਵੀ ਹੁੰਦੇ ਨੇ, ਜਿਨ੍ਹਾਂ ਨੂੰ ਸਾਰੀਆਂ ਸਹੂਲਤਾਂ ਆਉਂਦੇ ਹੀ ਮਿਲ ਜਾਂਦੀਆਂ ਨੇ। ਮਿਸਾਲ ਦੇ ਤੌਰ 'ਤੇ ਜਿਨ੍ਹਾਂ ਦੀ ਸ਼ਾਦੀਆਂ ਅਗਰ ਜਰਮਨੀ 'ਚ ਹੁੰਦੀਆਂ ਨੇ, ਕਿਸੇ ਐਸੀ ਫੈਮਿਲੀ ਜੋ ਪਹਿਲੀ ਸੈਟਲ ਹੈ, ਉਹਨੂੰ ਆਉਂਦਾ ਕੋਈ ਕਾਗਜ਼ ਕੂਗਜ਼ ਦੀ ਜ਼ਰੂਰਤ ਨਹੀਂ ਪੈਂਦੀ, ਕੋਈ ਟੈਨਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਉਹ ਕੀ ਕਰਦੇ, ਉਹ ਬੱਚੇ ਦੇ ਪੈਸੇ ਸੇਵ ਕਰ ਲੈਂਦੇ ਨੇ, ਕੋਈ ਕਰਜ਼ਾ ਨਹੀਂ ਲਾਉਣਾ ਪੈਂਦਾ। ਜਿਹੜੇ ਤੇ ਆਉਂਦੇ ਨਾ, ਜੇ ਮੈਂ ਵੀ ਕਹਾਂ, ਅਸੀਂ ਜਦੋਂ ਆਏ ਨਾ, ਅਸੀਂ ਪੈਸੇ ਇੱਧਰ ਉੱਧਰ ਚੁੱਕ ਕੇ ਹੀ ਆਏ ਸਾਂ, ਜਦੋਂ ਸਾਡੇ 'ਤੇ ਜ਼ਰੂਰਤ ਲੱਗੀ ਸੀ, ਜਾਂ ਸਾਨੂੰ ਜਿੱਥੇ ਜ਼ਰੂਰਤ ਪਈ ਸੀ। ਇੰਨੇ ਪੈਸੇ ਤਾਂ ਪਾਕਿਸਤਾਨੀ ਨੇ ਕਿਸੇ ਇਨਸਾਨ ਕੋਲ ਹੁੰਦੇ ਕਿ ਲਾ ਕੇ ਆ ਜਾਵੇ। ਤਾਂ ਇਸ ਲਈ ਅਸੀਂ ਕਮੇਟੀਆਂ ਪਾ ਕੇ ਅਸੀਂ ਵਾਪਸ ਕਰਨੇ ਹੁੰਦੇ, ਤਾਂ ਜਿਨ੍ਹਾਂ ਨੂੰ ਸਹੂਲਤਾਂ ਮਿਲ ਜਾਂਦੀਆਂ ਨੇ, ਉਹ ਬਹੁਤ ਸਿਆਣੇ ਬਣ ਜਾਂਦੇ ਨੇ। ਠੀਕ ਹੈ। ਅਤੇ ਮੇਰੇ ਖਿਆਲ ਵਿੱਚ ਜਿਹੜੀ ਮੇਰੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ, ਤੁਹਾਨੂੰ ਸਮਝ ਆ ਗਈ। ਹਾਂ, ਐਜੂਕੇਸ਼ਨ ਜਿਹੜੀ ਨਾ, ਉਹ ਬੱਚੇ ਦੀ ਟੋਟਲੀ ਫਰੀ ਹੁੰਦੀ ਹੈ, ਕੱਚੀ ਤੋਂ ਲੈ ਕੇ ਪੱਕੀ ਤੱਕ, ਪੱਕੀ ਤੋਂ ਲੈ ਕੇ ਦੂਸਰੀ ਤੱਕ, ਸਾਰੀ ਫਰੀ ਹੈ, ਕੋਈ ਪੈਸੇ ਨਹੀਂ ਲੱਗਦੇ। ਇੱਥੇ ਅਕੈਡਮੀ ਦਾ ਕੋਈ ट्रेंड नहीं है, ना खिल्फी होती है कि अगर बच्चे को हेल्प चाहिए किसी ट्यूशन की, तो वो स्कूल से ही मिल जाती है, नहीं तो आप प्राइवेट भी आप पैसे दे के पढ़ा सकते हैं। लेकिन इतना ट्रेंड नहीं है कि आप जाएँ, अब स्कूल में इतना, पाकिस्तान में ये होता है ना, स्कूल 'ਚ ਇੰਨੀ ਪੜ੍ਹਾਈ ਨਹੀਂ ਹੁੰਦੀ ਜਿੰਨੀ ਅਕੈਡਮੀ 'ਚ ਪੜ੍ਹਾਈ ਹੁੰਦੀ ਹੈ ਜੀ। ਜਿੰਨੇ ਸਕੂਲ 'ਚ ਪੈਸੇ ਨਹੀਂ ਲੱਗਦੇ, ਜਿੰਨੇ ਅਕੈਡਮੀ 'ਚ ਪੈਸੇ ਲੱਗਦੇ ਨੇ, ਉੱਥੇ ਬਹੁਤ ਡਬਲ ਖਰਚਾ ਹੁੰਦਾ ਬਾਬਾ। ਉੱਥੇ ਤਾਂ ਤੁਸੀਂ ਯਕੀਨ ਕਰੋ, ਬੱਚੇ ਕਿੱਥੇ ਮਾਂ ਪਿਓ ਕੰਗਾਲ ਹੋ ਜਾਂਦਾ ਵਿਚਾਰੇ, ਪੈਸੇ ਲਾ ਕੇ। ਅਤੇ ਮੇਰੇ ਖਿਆਲ ਵਿੱਚ ਜਿਹੜੇ ਟੋਪਿਕ ਤੁਸੀਂ ਮੈਨੂੰ ਸ਼ੇਅਰ ਕੀਤੇ, ਸੋ ਮੈਂ ਸਾਰੇ ਤੁਹਾਡੇ ਨਾਲ ਕਵਰ ਕਰ ਲਏ ਨੇ। ਹਾਂ, ਜਿਹੜੇ ਆਪਣਾ ਕੰਮ ਕਰਦੇ ਨੇ ਨਾ, ਉਹਨਾਂ ਦੀ ਮੈਂ ਅਗਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੀ। ਜਿਹੜੇ ਆਪਣੇ ਕੰਮ ਕਰਦੇ, ਉਹਨਾਂ ਨੂੰ ਕਿਹੜੇ ਮਸਲੇ ਮਸਾਇਲ ਵਿੱਚ ਲੰਘਣਾ ਪੈਂਦਾ, ਜਾਂ ਅਸੀਂ ਲੰਘਨੇ ਆ, ਅਤੇ ਉਹ ਮੈਂ ਤੁਹਾਡੇ ਨੈਕਸਟ ਵੀਡੀਓ 'ਚ ਸ਼ੇਅਰ ਕਰਾਂਗੀ। ਹਾਂ, ਅਗਰ ਤੁਸੀਂ ਹੋਰ ਕੁਛ ਪੁੱਛਣਾ ਹੋਵੇ ਨਾ, ਜਿਹੜਾ ਮੈਂ ਨਹੀਂ ਕਵਰ ਕੀਤਾ, ਉਹ ਤੁਸੀਂ ਮੈਨੂੰ ਕਮੈਂਟਸ ਦੇ ਥਰੂ ਪੁੱਛ ਸਕਦੇ ਹੋ। ਅਤੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਤੇ ਸਬਸਕ੍ਰਾਈਬ ਕਰਿਆ ਕਰੋ ਮੇਰੇ ਚੈਨਲ ਨੂੰ। ਕੋਸ਼ਿਸ਼ ਤਾਂ ਮੈਂ ਕਰਨੀ ਕਿ ਹਰ ਚੀਜ਼ ਤੁਹਾਡੇ ਨਾਲ ਮੈਂ ਸ਼ੇਅਰ ਕਰਾਂ। ਜਿਹੜੇ ਮੈਨੂੰ ਸਵਾਲ ਬਹੁਤ ਜ਼ਿਆਦਾ ਆ ਜਾਂਦੇ ਨੇ, ਫਿਰ ਮੈਂ ਹੁੰਦਾ ਕਿ ਚਲੋ ਵੀਡੀਓ ਬਣਾ ਲੈਂਦੀ ਹਾਂ। ਚਲੋ ਜੀ, ਮੈਨੂੰ ਤਾਂ ਉਹ ਇਜਾਜ਼ਤ, ਵਾਪਸ ਆਊਂਗੀ ਕੱਲ੍ਹ। ਅੱਲਾ ਹਾਫਿਜ਼।